ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਪੰਜਾਬ ਰੈਵਨਿਊ ਪਟਵਾਰੀ ਦਾ ਜਿਹੜਾ ਐਗਰੀਕਲਚਰ ਪਾਰਟ ਹੈ ਉਸ 'ਤੇ ਗੱਲ ਕਰਨ ਜਾ ਰਹੇ ਹਾਂ। ਮੇਰਾ ਨਾਮ ਵਿਸ਼ਵਜੀਤ ਸਿੰਘ ਹੈ ਅਤੇ ਸਾਡਾ YouTube ਚੈਨਲ ਹੈ ਐਪਰੀਕਸ ਅਕੈਡਮੀ। ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ ਅਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ। ਅਤੇ ਅਸੀਂ ਇਸ 'ਚ ਬੇਸਿਕ ਤੋਂ ਸ਼ੁਰੂ ਕਰਾਂਗੇ, ਬੇਸਿਕ ਕੁਛ ਚੀਜ਼ਾਂ ਤੋਂ ਜਿਨ੍ਹਾਂ ਨੂੰ ਪੁੱਛਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਇੰਸਟੀਟਿਊਸ਼ਨਸ ਜਿਹੜੇ ਐਗਰੀਕਲਚਰ ਨਾਲ ਰਿਲੇਟਡ ਨੇ ਪੰਜਾਬ ਦੇ ਵਿੱਚ, ਫਿਰ ਚਾਹੇ ਉਹ ਪੰਜਾਬ ਲੈਵਲ ਦੇ ਨੇ ਜਾਂ ਫਿਰ ਉਹ ਸੈਂਟਰ ਲੈਵਲ ਦੇ ਆ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਡਿਪਾਰਟਮੈਂਟ ਆਫ ਐਗਰੀਕਲਚਰ ਹੈ। ਡਿਪਾਰਟਮੈਂਟ ਆਫ ਐਗਰੀਕਲਚਰ ਜਿਵੇਂ ਤੁਹਾਨੂੰ ਪਤਾ ਹੈ ਸਾਡੇ ਪੰਜਾਬ ਗੌਰਮੈਂਟ ਦਾ, ਜਿਹਨੂੰ ਹੈੱਡ ਕਰਦੇ ਨੇ ਡਾਇਰੈਕਟਰ ਐਗਰੀਕਲਚਰ ਐਂਡ ਅਸਿਸਟ ਕਰਦੇ ਨੇ ਜੁਆਇੰਟ ਡਾਇਰੈਕਟਰਸ ਆਫ ਐਗਰੀਕਲਚਰ। ਚੀਫ ਐਗਰੀਕਲਚਰ ਆਫਿਸਰ ਡਿਸਟ੍ਰਿਕਟ ਲੈਵਲ 'ਤੇ ਹੁੰਦੇ ਨੇ ਅਤੇ ਇਸ ਤੋਂ ਥੱਲੇ ਐਗਰੀਕਲਚਰ ਆਫਿਸਰਸ, ਐਗਰੀਕਲਚਰ ਡਿਵੈਲਪਮੈਂਟ ਆਫਿਸਰ, ਸਬ ਇੰਸਪੈਕਟਰਸ ਐਗਰੀਕਲਚਰ ਇਹ ਹੁੰਦੇ ਨੇ। ਦੈਨ ਇੱਕ ਹੋਰ ਚੀਜ਼ ਇੱਥੇ ਇੰਪੋਰਟੈਂਟ ਹੈ, ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਆਤਮਾ, ਇਹਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਇਹ ਸੈਟਅਪ ਕੀਤੀ ਗਈ ਸੀ ਟੂ ਹਾਰਮੋਨਾਈਜ਼ ਆਲ ਐਗਰੀਕਲਚਰ ਰਿਲੇਟਡ ਐਕਟੀਵਿਟੀਜ਼ ਅਮੰਗ ਵੇਰੀਅਸ ਡਿਪਾਰਟਮੈਂਟਸ, ਜਿਹੜੀਆਂ ਕਿ ਐਗਰੀਕਲਚਰ ਡਿਵੈਲਪਮੈਂਟ ਅਤੇ ਐਕਸਟੈਂਸ਼ਨ ਨਾਲ ਰਿਲੇਟਡ ਨੇ। ਸੋ ਸੈਕਿੰਡ 'ਤੇ ਚੱਲਦੇ ਹਾਂ। ਸੈਕਿੰਡ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ ਇਸ ਯੂਨੀਵਰਸਿਟੀ ਬਾਰੇ। ਕਦੋਂ ਬਣਾਈ ਗਈ? 1962 ਦੇ ਵਿੱਚ। ਇਸਟੈਬਲਿਸ਼ਡ ਔਨ ਦੀ ਮਾਡਲ ਆਫ ਅਮੈਰੀਕਨ ਲੈਂਡ ਗ੍ਰਾਂਟ ਕਾਲਜਸ। ਇਸ ਮਾਡਲ ਦੇ ਆਧਾਰ 'ਤੇ ਇਸ ਦਾ ਨਿਰਮਾਣ ਹੋਇਆ ਸੀ। ਕਿਸ ਚੀਜ਼ ਨਾਲ ਯੂਨੀਵਰਸਿਟੀ ਡੀਲ ਕਰਦੀ ਹੈ ਇਸ ਵੇਲੇ? ਐਗਰੀਕਲਚਰ ਐਂਡ ਅਲਾਈਡ ਰਿਸਰਚ, ਟੀਚਿੰਗ ਐਂਡ ਐਕਸਟੈਂਸ਼ਨ। ਇਹਨੇ ਇੱਕ ਬਹੁਤ ਹੀ ਅਹਿਮ ਰੋਲ ਪਲੇ ਕੀਤਾ ਹੈ ਇੰਡੀਆ ਨੂੰ ਫੂਡ ਰਿਚ ਅਤੇ ਸੈਲਫ ਡਿਪੈਂਡੈਂਟ ਬਣਾਉਣ ਲਈ, ਅਤੇ ਨਾਲ ਹੀ ਇੱਕ ਕੀ ਫੈਕਟਰ ਵਾਂਗੂ ਕੰਮ ਕੀਤਾ ਹੈ ਗ੍ਰੀਨ ਰੈਵੋਲਿਊਸ਼ਨ ਪੂਰੀ ਭਾਰਤ ਦੇ ਵਿੱਚ ਲਿਆਉਣ ਲਈ। ਤੁਹਾਨੂੰ ਪਤਾ ਹੀ ਹੈ ਕਿ ਗ੍ਰੀਨ ਰੈਵੋਲਿਊਸ਼ਨ ਮੇਨਲੀ ਪੰਜਾਬ, ਹਰਿਆਣਾ, ਇਸ ਨਾਰਥ ਏਰੀਆ ਦੇ ਵਿੱਚ ਜ਼ਿਆਦਾ ਅਸ਼ਰ ਹੋਇਆ ਸੀ ਅਤੇ ਉੱਥੇ PAU ਨੇ ਇੱਕ ਬਹੁਤ ਅੱਛਾ ਰੋਲ ਪਲੇ ਕੀਤਾ ਹੈ। ਦੈਨ ਥਰਡ ਹੈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ। ਇਹ PAU ਦੇ ਵਿੱਚੋਂ ਹੀ ਨਿਕਲੀ ਇੱਕ ਤਰ੍ਹਾਂ, 2005 ਦੇ ਵਿੱਚ ਹੋਣ ਚਾਹੀ ਸੀ। ਕੰਮ ਇਸ ਦਾ ਸੀ ਰਿਸਰਚ, ਟੀਚਿੰਗ ਐਂਡ ਐਕਸਟੈਂਸ਼ਨ। ਕਿਹੜੇ ਏਰੀਆ ਦੇ ਵਿੱਚ? ਰੇਅਰਿੰਗ ਕੈਟਲ, ਬਫੈਲੋਜ਼, ਪਿਗਸ, ਗੋਟਸ, ਸ਼ੀਪ, ਰੈਬਿਟਸ, ਹਾਰਸਿਸ ਐਂਡ ਫਿਸ਼ਿਸ। ਇਸ ਯੂਨੀਵਰਸਿਟੀ ਦੇ ਵਿੱਚ ਇੱਕ ਮਲਟੀ ਸਪੈਸ਼ਲਿਟੀ 24x7 ਹਸਪੀਟਲ ਵੀ ਹੈ, ਜਿੱਥੇ ਬਹੁਤ ਹੀ ਜ਼ਿਆਦਾ ਜਿਹੜੇ ਸਿੱਕ ਐਨੀਮਲਸ ਨੇ ਉਹਨਾਂ ਨੂੰ ਲਿਆਂਦਾ ਜਾਂਦਾ ਹੈ ਅਤੇ ਉਹਨਾਂ ਨੂੰ ਟਰੀਟ ਕੀਤਾ ਜਾਂਦਾ ਹੈ। ਲੱਖਾਂ ਲੋਕ ਨੇ ਇੱਥੋਂ ਇਸ ਦੀਆਂ ਸੇਵਾਵਾਂ ਦਾ, ਇਸ ਹਸਪੀਟਲ ਦੀਆਂ ਸੇਵਾਵਾਂ ਦਾ ਸਹਿਯੋਗ ਲੈ ਚੁੱਕੇ ਨੇ ਅਤੇ ਆਪਣੇ ਜਿਹੜੇ ਡਿਜ਼ੀਜ਼ਡ ਐਨੀਮਲ ਸੀ ਉਹਨਾਂ ਨੂੰ ਇੱਥੋਂ ਇਹਨਾਂ ਦੀ ਉੱਥੋਂ ਦਵਾ ਦਾਰੂ ਵੀ ਇਹਨਾਂ ਨੇ ਇੱਥੋਂ ਕਰੀ ਹੈ। ਦੈਨ ਨੈਕਸਟ ਇਜ਼ ਡਿਪਾਰਟਮੈਂਟ ਆਫ ਹਾਰਟੀਕਲਚਰ। ਡਿਪਾਰਟਮੈਂਟ ਆਫ ਹਾਰਟੀਕਲਚਰ ਅਰਲੀਅਰ ਇਟ ਵਾਜ਼ ਇਨ ਡਿਪਾਰਟਮੈਂਟ ਆਫ ਐਗਰੀਕਲਚਰ, ਉਸ ਦੇ ਅੰਡਰ ਹੀ ਸੀ, ਲੇਕਿਨ 1979-80 ਦੇ ਦੌਰ ਦੇ ਵਿੱਚ ਇਹ ਇੱਕ ਇੰਡੀਪੈਂਡੈਂਟ ਡਿਪਾਰਟਮੈਂਟ ਬਣਾ ਦਿੱਤਾ ਗਿਆ। ਦੇਖੋ ਹਾਰਟੀਕਲਚਰ ਹੈ ਤਾਂ ਓਬਵੀਅਸਲੀ ਡੀਲ ਕਰੇਗਾ ਕਲਟੀਵੇਸ਼ਨ ਆਫ ਫਰੂਟਸ, ਵੈਜੀਟੇਬਲ, ਫਲਾਵਰਸ ਐਂਡ ਮਸ਼ਰੂਮ, ਅਤੇ ਇਸ ਡਿਪਾਰਟਮੈਂਟ ਨੇ ਕਾਫੀ ਸਾਰੀ ਐਕਟੀਵਿਟੀਜ਼ ਅੰਡਰਟੇਕ ਕਰੀਆਂ ਅੰਡਰ ਨੈਸ਼ਨਲ ਹਾਰਟੀਕਲਚਰ ਮਿਸ਼ਨ। ਨੈਸ਼ਨਲ ਹਾਰਟੀਕਲਚਰ ਮਿਸ਼ਨ ਜਿਹੜਾ ਸੈਂਟਰਲ ਲੈਵਲ 'ਤੇ ਚੱਲਦਾ ਹੈ, ਇਹ ਡਿਪਾਰਟਮੈਂਟ ਉਸ ਤੋਂ ਦੇਖਦਾ ਹੈ। ਦੈਨ ਐਨੀਮਲ ਹਸਬੈਂਡਰੀ ਡਿਪਾਰਟਮੈਂਟ, ਇਸ ਦਾ ਮੇਨ ਕੰਮ ਲਾਈਫ ਸਟਾਕ ਰੇਅਰਿੰਗ। ਇਹਦਾ ਇੱਕ ਬਹੁਤ ਅਹਿਮ ਰੋਲ ਲਿਆ ਹੈ ਪੰਜਾਬ ਦੀ ਇਕਨੋਮਿਕ ਸਟੇਟਸ ਦੇ ਵਿੱਚ। ਇੱਕ ਸੈਲਫ ਇੰਪਲੋਇਮੈਂਟ ਦਾ ਜ਼ਰੀਆ ਬਣਦਾ ਹੈ ਲਾਈਫ ਸਟਾਕ ਰੇਅਰਿੰਗ, ਇੱਕ ਬਿਜ਼ਨਸ ਵੈਂਚਰ ਮਿਲਦਾ ਹੈ ਸਮਾਲ ਫਾਰਮਰਸ ਨੂੰ ਅਤੇ ਇਕਨੋਮਿਕਲੀ ਵੀਕਰ ਐਗਰੀਕਲਚਰ ਲੇਬਰਰਸ ਨੂੰ। ਦੈਨ ਨੈਕਸਟ ਇਜ਼ ਡਿਪਾਰਟਮੈਂਟ ਆਫ ਡੇਅਰੀ ਡਿਵੈਲਪਮੈਂਟ। ਇਹ ਡੇਅਰੀ ਸੈਕਟਰ ਦੀ ਓਵਰਆਲ ਡਿਵੈਲਪਮੈਂਟ ਲਈ ਬਣਾਇਆ ਗਿਆ ਸੀ। ਦੈਨ ਡਿਪਾਰਟਮੈਂਟ ਆਫ ਫਿਸ਼ਰੀਜ਼, ਇਹ ਵਨ ਆਫ ਦਾ ਓਲਡੈਸਟ ਡਿਪਾਰਟਮੈਂਟ ਹੈ ਪੰਜਾਬ ਸਟੇਟ ਦਾ। ਇਸ ਦਾ ਕੰਮ ਹੈ ਕੇਅਰ ਐਂਡ ਮੇਨਟੇਨੈਂਸ ਆਫ ਫਿਸ਼ਿਜ਼ ਇਨ ਰਿਵਰਸ, ਸਟਰੀਮਸ, ਲੇਕਸ ਐਂਡ ਨੋਟੀਫਾਈਡ ਵਾਟਰ ਬੋਡੀਜ਼। ਇਹ ਡਿਪਾਰਟਮੈਂਟ ਰੈਵਨਿਊ ਅਰਨ ਕਰਦਾ ਹੈ ਇਹਨਾਂ ਰਿਸੋਰਸਿਸ ਨੂੰ ਰੈਂਟ ਜਾਂ ਲੀਜ਼ 'ਤੇ ਦੇ ਕੇ। ਇੱਕ ਸੈਲਫ ਇੰਪਲੋਇਮੈਂਟ ਦਾ ਫਿਸ਼ਰੀ ਜਿਹੜਾ ਹੈ ਉਹ ਇੱਕ ਅਹਿਮ ਜ਼ਰੀਆ ਹੈ। ਫਿਸ਼ ਫਾਰਮਰ ਡਿਵੈਲਪਮੈਂਟ ਏਜੰਸੀ, ਇਸ ਨੂੰ ਸਟੈਬਲਿਸ਼ ਕੀਤਾ ਗਿਆ ਸੀ 1975 ਦੇ ਵਿੱਚ ਟੂ ਪ੍ਰਮੋਟ ਫਿਸ਼ ਫਾਰਮਿੰਗ ਇਨ ਦਾ ਸਟੇਟ, ਅਤੇ ਇਸ ਤੋਂ ਬਾਅਦ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਫਿਸ਼ ਬਰੀਡਿੰਗ ਫਾਰਮਸ ਉੱਭਰ ਕੇ ਆਏ ਸੀ। ਠੀਕ ਹੈ, ਇਹ ਯਾਦ ਰੱਖਣਾ 1975 ਦੇ ਵਿੱਚ। ਦੈਨ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਡਿਪਾਰਟਮੈਂਟ 1969 ਦੇ ਵਿੱਚ ਆਉਂਦਾ ਐਜ਼ ਐਨ ਇੰਡੀਪੈਂਡੈਂਟ ਡਿਪਾਰਟਮੈਂਟ। ਇਸ ਨੇ ਕਾਫੀ ਸਾਰੀ ਐਕਟੀਵਿਟੀਜ਼ ਨਾਲ ਡੀਲ ਕੀਤਾ। ਦੇਖੋ ਜਿਵੇਂ ਲੈਂਡ ਲੈਵਲਿੰਗ, ਕੰਟਰ ਬੰਡਿੰਗ ਫॉर ਕਲਟੀਵੇਸ਼ਨ ਔਨ ਸਲੋਪਸ, then improvement of land affected with soil erosions, then
ਚੈੱਕ ਡੈਮਸ ਬਣਾਏ ਗਏ ਕੰਢੀ ਏਰੀਆ ਦੇ ਵਿੱਚ ਤਾਂ ਕਿ ਐਕਸੈਸਿਵ ਜਿਹੜਾ ਰੇਨ ਵਾਟਰ ਹੈ ਉਸ ਨੂੰ ਰੋਕਿਆ ਜਾ ਸਕੇ। ਦੈਨ ਆਪਟੀਮਮ ਯੂਟੀਲਾਈਜੇਸ਼ਨ ਆਫ ਕੰਜ਼ਰਵਡ ਵਾਟਰ, ਐਕਸਕੇਵੇਟਿੰਗ ਐਗਜ਼ਿਸਟਿੰਗ ਪੌਂਡਸ, ठीक है, लेइंग ऑफ अंडरग्राउंड पाइप्स फॉर इरीगेशन, बूस्टिंग ड्रिप एंड फाउंटेन इरीगेशन, इनकरेजिंग डाइवर्सिफिकेशन इन फार्मिंग। ये सारे काम ਜਿਹੜੇ बेसिकली है इसने करे। सो नैक्सट चलते हैं डिपार्टमेंट ऑफ कोऑपरेशन। एग्जिस्टेंस आया सी एज एन इंडिपेंडेंट डिपार्टमेंट आफ्टर द पंजाब कोऑपरेटिव एक्ट वाज पासड इन 1904। 1904 ਦੇ ਵਿੱਚ ਪੰਜਾਬ ਕੋਆਪਰੇਟਿਵ ਐਕਟ ਪਾਸ ਹੋਇਆ। ਇਸ ਦਾ ਮੇਨ ਰੋਲ ਸੀ ਡਿਵੈਲਪਮੈਂਟ ਆਫ ਰੂਰਲ ਐਂਡ ਐਗਰੀਕਲਚਰ ਸੈਕਟਰ। ਕੋਆਪਰੇਟਿਵਸ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਸਟੇਟ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲਿਆਉਣ ਦਾ, ਬਿਕੋਜ਼ ਦੇ ਹੈਲਪਡ ਇਨ ਐਫੀਸ਼ੀਐਂਟਲੀ ਡਿਸਟਰੀਬਿਊਟਿੰਗ ਸੀਡਸ, fertilizers, agrochemicals and by providing financial assistance in the form of loans. So इस डिपार्टमेंट का बड़ा अहम रोल रहा है। Then PNSEED, पंजाब स्टेट सीड कॉरपोरेशन लिमिटेड। PNSEED ने ऑपरेशन स्टार्ट करे सी 1976 ਦੇ ਵਿੱਚ। की ऑब्जेक्टिव सी to provide better quality seeds as at reasonable price to farmers and develop seed production infrastructure। ਕਿਉਂਕਿ ਬਹੁਤ ਹੀ ਡਿਮਾਂਡ ਜਿਹੜੀ ਹੈ ਚੇਂਜ ਹੁੰਦੀ ਸੀ, ਸੀਡਸ ਦੀ ਜ਼ਰੂਰਤ ਸੀ ਘੱਟ ਤੋਂ ਘੱਟ ਖਰਚੇ 'ਤੇ। ਸੋ ਦੇ ਪ੍ਰੋਡਿਊਸ ਸਰਟੀਫਾਈਡ ਸੀਡਸ ਇਨ ਲਾਰਜ ਕੁਆਂਟੀਟੀਜ਼ ਐਂਡ ਮੋਟੀਵੇਟਡ ਦਾ ਫਾਰਮਰਸ ਟੂ ਡੂ ਦਾ ਸੇਮ। ਠੀਕ ਹੈ, ਤਾਂ ਇਹ ਜਿਹੜੀਆਂ ਦੇਖੋ ਜਿਹੜੀਆਂ ਮੇਨ ਆਰਗੇਨਾਈਜੇਸ਼ਨ ਹੈ ਇਹਨਾਂ ਦੇ ਮੋਟੇ ਕੀ ਕੰਮ ਕਰਦੇ ਨੇ, ਕਦੋਂ ਹੋਣ ਦੇ ਵਿੱਚ ਆਇਆ, ਇਹ ਥੋੜ੍ਹਾ ਯਾਦ ਰੱਖਿਓ, ਜਾਂ ਇਹਨਾਂ ਦੇ ਨਾਲ ਕੋਈ ਇੰਪੋਰਟੈਂਟ ਗੱਲ ਜੁੜੀ ਹੈ ਉਸ ਦਾ ਵੀ ਧਿਆਨ ਰੱਖੋ। ਦੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ PAIC। ਇਹ ਆਰਗੇਨਾਈਜੇਸ਼ਨ ਇਫੈਕਟ 'ਚ ਆਈ 1966 ਦੇ ਵਿੱਚ। ਮੇਨ ਓਬਜੈਕਟਿਵ ਸੀ ਬ੍ਰਿੰਗਿੰਗ ਡਾਇਵਰਸਿਟੀ ਇਨ ਫਾਰਮਿੰਗ ਥਰੂ ਪ੍ਰੋਸੈਸਿੰਗ ਐਂਡ ਮਾਰਕੀਟਿੰਗ ਆਫ ਐਗਰੀਕਲਚਰ ਪ੍ਰੋਡਿਊਸ। ਐਗਰੀਕਲਚਰ ਪ੍ਰੋਡਿਊਸ ਦੀ ਪ੍ਰੋਸੈਸਿੰਗ ਕਰਨੀ, ਮਾਰਕੀਟਿੰਗ ਕਰਨੀ ਅਤੇ ਕੰਟਰੈਕਟ ਫਾਰਮਿੰਗ, ਇਹ ਇਸ ਦਾ ਮੇਨ ਓਬਜੈਕਟਿਵ ਸੀ। ਇਹ ਇੰਸਟਰੂਮੈਂਟਲ ਰਹੀ ਫॉर ਪ੍ਰਮੋਟਿੰਗ ਐਗਰੋ ਬੇਸਡ ਇੰਡਸਟਰੀਜ਼। PAIC ਦੀ ਹੀ ਇੱਕ ਸਬਸਿਡਰੀ ਬ੍ਰਾਂਚ ਬਣੀ ਜਿਸ ਨੂੰ ਕਿਹਾ ਜਾਂਦਾ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ। ਇਹ ਬਣੀ ਸੀ 2002 ਦੇ ਵਿੱਚ। ਇਹ ਕੰਮ ਕਰਦੀ ਹੈ ਅੰਡਰ ਦਾ ਏਜਿਸ ਆਫ ਫੂਡ ਕਾਰਪੋਰੇਸ਼ਨ ਆਫ ਇੰਡੀਆ ਐਂਡ ਐਸੋਸੀਏਟਡ ਹੈ ਇਨ ਦਾ ਪ੍ਰੋਕਿਉਰਮੈਂਟ ਆਫ ਵੀਟ ਐਂਡ ਰਾਈਸ ਫਰੋਮ ਦਾ ਫਾਰਮਰਸ ਆਫ ਦਾ ਸਟੇਟ। ਠੀਕ ਹੈ, ਯਾਦ ਰੱਖਣਾ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ 2002 ਦੇ ਵਿੱਚ ਆਉਂਦੀ ਹੈ। ਸਬਸਿਡਰੀ ਬ੍ਰਾਂਚ ਹੈ PAIC ਦੀ, ਕੰਮ ਕਰਦੀ ਹੈ FCI ਦੇ ਅੰਡਰ। ਦ ਨੈਕਸਟ ਇਜ਼ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਿਡ PACREXCO। ਇੱਕ ਜੁਆਇੰਟ ਵੈਂਚਰ ਹੈ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦਾ ਅਤੇ ਪੰਜਾਬ ਮੰਡੀ ਬੋਰਡ ਦਾ। ਠੀਕ ਹੈ, ਧਿਆਨ ਰੱਖਿਓ ਪੰਜਾਬ ਐਗਰੋ PAIC ਅਤੇ ਪੰਜਾਬ ਮੰਡੀ ਬੋਰਡ ਦਾ ਜੁਆਇੰਟ ਵੈਂਚਰ ਹੈ। ਇਸ ਦਾ ਮੇਨ ਕੰਮ ਹੈ ਇਸਟੈਬਲਿਸ਼ ਕਰਨਾ ਇਨਫਰਾਸਟਰਕਚਰ ਫॉर द एक्सपोर्ट ऑफ fresh and processed fruits, vegetables, flowers and other agriculture products। ठीक है, fresh fruits, vegetables, flowers ਤੇ other agriculture products। then ਪੰਜਾਬ ਖਾਦੀ ਐਂਡ ਗ੍ਰਾਮ ਉਦਯੋਗ ਬੋਰਡ 1958 ਦੇ ਵਿੱਚ ਸੈਟਅਪ ਕੀਤਾ ਗਿਆ। ਸਪੈਲਿੰਗ ਇੱਥੇ ਗਲਤ ਹੈ, ਬੋਰਡ ਆਏਗਾ। ਸੈਮੀ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ, ਸਪੋਰਟ ਕਰਦੀ ਹੈ ਇਨ ਦੀ ਪ੍ਰਮੋਸ਼ਨ ਆਫ ਰੂਰਲ ਇੰਡਸਟਰੀਲਾਈਜੇਸ਼ਨ ਟੂ ਕ੍ਰੀਏਟ ਇੰਪਲੋਇਮੈਂਟ। ਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਕਿ ਸਾਡੇ ਗਾਂਧੀ ਜੀ ਨੇ ਵੀ ਖਾਦੀ ਜਿਹੜੀ ਇੰਡਸਟਰੀਜ਼ ਹੈ ਪ੍ਰਮੋਟ ਕਰਨ ਲਈ ਕਿਹਾ ਸੀ, ਅਤੇ ਉਸ ਦੀ ਤਰਜ਼ 'ਤੇ 1958 ਦੇ ਵਿੱਚ ਇਸ ਨੂੰ ਸੈਟਅਪ ਕੀਤਾ ਜਾਂਦਾ। ਦੈਨ ਪੰਜਾਬ ਸਟੇਟ ਫਾਰਮਰਸ ਕਮਿਸ਼ਨ। ਦੇਖੋ ਇਕੋਨਮੀ ਪੰਜਾਬ ਦੀ ਬਹੁਤ ਹੀ ਵਧੀਆ ਤੇਜ਼ੀ ਨਾਲ ਗਰੋ ਕਰੀ ਹੈ ਬਿਟਵੀਨ 1950 ਟੂ 1990s। ਇਹ ਗਰੋਥ ਹੋਈ ਬਿਕੋਜ਼ ਆਫ ਇਨਕਰੀਜ਼ ਇਨ ਦਾ ਐਗਰੀਕਲਚਰ ਪ੍ਰੋਡਿਊਸ। ਤੁਹਾਨੂੰ ਸਭ ਨੂੰ ਪਤਾ ਐਗਰੀਕਲਚਰ ਗ੍ਰੀਨ ਰੈਵੋਲੂਸ਼ਨ ਆਈ, ਉਸ ਦੇ ਕਾਰਨ ਬਹੁਤ ਜ਼ਿਆਦਾ ਜੋ ਹੈ ਇਕੋਨਮੀ ਵਿਟਨੈਸ ਹੋਈ, ਬਹੁਤ ਤੇਜ਼ੀ ਨਾਲ ਉੱਪਰ ਜਾਂਦੀ। ਲੇਕਿਨ 1990 ਤੋਂ ਬਾਅਦ ਜਿਹੜਾ ਇਹ ਰੇਟ ਆਫ ਇਕਨੋਮਿਕ ਗਰੋਥ ਸੀ ਇਹ ਬਹੁਤ ਹੀ ਸ਼ਾਰਪਲੀ ਡਿਕਲਾਈਨ ਕਰ ਰਿਹਾ ਹੈ, ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਬਹੁਤ ਹੀ ਜ਼ਿਆਦਾ ਕਮੀ ਆ ਰਹੀ ਹੈ। ਐਗਰੀਕਲਚਰ ਇਨਕਮ ਦਿਨ ਬ ਦਿਨ ਘਟਦੀ ਜਾ ਰਹੀ ਹੈ। ਤੁਹਾਨੂੰ ਪਤਾ ਹੀ ਹੈ ਐਗਰੀਕਲਚਰ ਕਿੰਨੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਫਿਰ ਚਾਹੇ ਹੁਣ ਉਹ ਫਾਰਮ ਲਾਜ਼ ਨੂੰ ਲੈ ਕੇ ਪ੍ਰੋਟੈਸਟ ਚੱਲ ਰਿਹਾ ਹੈ। ਠੀਕ ਹੈ, ਇਸ ਫਿਨੋਮੀਨਾ ਕਰਕੇ ਕਾਫੀ ਸਾਰੇ ਕ੍ਰਾਈਸਿਸ ਆਏ, ਜਿਵੇਂ ਓਵਰ ਐਕਸਪਲੋਇਟੇਸ਼ਨ ਆਫ ਨੈਚੁਰਲ ਰਿਸੋਰਸਿਸ ਹੋ ਗਿਆ ਅਤੇ ਇਕੋਲੋਜੀਕਲ ਇੰਬੈਲੈਂਸ ਆ ਗਿਆ, ਹੈ ਨਾ। ਹੁਣ ਗਰਾਊਂਡ ਵਾਟਰ ਲੈਵਲ ਕਿੱਥੇ ਚਲਾ ਗਿਆ, ਇੰਨਾ ਜ਼ਿਆਦਾ ਯੂਰੀਆ ਖਾਦਾਂ ਯੂਜ਼ ਕੀਤੀਆਂ ਗਈਆਂ, ਜਿਹੜੀ ਸੋਇਲ ਦੀ ਉਰਵਰਕ ਸ਼ਕਤੀ ਹੈ ਉਹ ਘਟ ਗਈ ਹੈ।
ठीक है। ये सारा जो है बेसिकली इस ग्रोथ का कारण भी बनया, इस ग्रोथ के कारण भी ये सब कुछ होया। एंड दिस एडवर्सली अफेक्टेड द सस्टेनेबिलिटी ऑफ एग्रीकल्चर। जो सस्टेनेबल डेवलपमेंट जिसकी ਅਸੀਂ ਗੱਲ ਕਰਦੇ ਹਾਂ, ਸਸਟੇਨੇਬਿਲਟੀ ਐਗਰੀਕਲਚਰ ਦੀ, ਉਸਨੂੰ ਇਹਨੇ ਕਾਫੀ ਇਫੈਕਟ ਕੀਤਾ। ਸੋ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਪੰਜਾਬ ਗਵਰਨਮੈਂਟ ਨੇ ਪੰਜਾਬ ਸਟੇਟ ਫਾਰਮਰਸ ਕਮਿਸ਼ਨ ਬਣਾਇਆ ਸੀ 2005 ਦੇ ਵਿੱਚ ਅੰਡਰ ਡਾਕਟਰ GS ਕਲਕਤ ਚੇਅਰਮੈਨਸ਼ਿਪ। ਠੀਕ ਹੈ, ਯਾਦ ਰੱਖਣਾ 2005 ਦੇ ਵਿੱਚ ਚੇਅਰਮੈਨ ਸੀ ਡਾਕਟਰ GS ਕਲਕਤ। ਹਾਲਾਂਕਿ ਇਸ ਦੇਖੋ ਇਹ ਸਾਰੀਆਂ ਆਰਗੇਨਾਈਜੇਸ਼ਨਾਂ ਵੈਸੇ ਇੰਨੀਆਂ ਜ਼ਿਆਦਾ ਇੰਪੋਰਟੈਂਟ ਨਹੀਂ ਨੇ, ਲੇਕਿਨ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕੁਝ ਵੀ ਪੁੱਛਿਆ ਜਾ ਸਕਦਾ, ਤਾਂ ਸਾਨੂੰ ਥੋੜਾ ਇਹਨਾਂ ਏਜੰਸੀਜ਼ ਬਾਰੇ, ਇਹਨਾਂ ਆਰਗੇਨਾਈਜੇਸ਼ਨਸ ਬਾਰੇ ਪਤਾ ਹੋਣਾ ਚਾਹੀਦਾ। ਦੈਨ ਨੈਕਸਟ ਇਜ਼ 3 ਨੇ ਇਫਕੋ, ਕ੍ਰਿਬਕੋ ਐਂਡ NFL। ਇਹ ਧਿਆਨ ਨਾਲ ਦੇਖ ਲਓ। ਇਫਕੋ ਹੈ ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ, ਕ੍ਰਿਬਕੋ ਹੈ ਕ੍ਰਿਸ਼ਕ ਭਾਰਤੀ ਕੋਆਪਰੇਟਿਵ ਲਿਮਟਿਡ, ਤੇ NFL ਹੈ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ। ਇਹ ਮੇਨ ਆਰਗੇਨਾਈਜੇਸ਼ਨ ਹੈ। ਇਹ ਤਿੰਨਾਂ ਦਾ ਜਿਹੜਾ ਮੇਨ ਕੰਮ ਹੈ ਦੈਟ ਇਜ਼ ਪ੍ਰੋਡਕਸ਼ਨ ਐਂਡ ਡਿਸਟ੍ਰੀਬਿਊਸ਼ਨ ਆਫ ਫਰਟੀਲਾਈਜ਼ਰਸ। ਇਫਕੋ ਦੀ ਤਾਂ ਇੰਨੀ ਅੱਛੀ ਰੈਪੂਟੇਸ਼ਨ ਹੈ ਕਿ ਇਹਨੂੰ ਸਿੰਸ 1967 ਇਹਨੂੰ ਦੁਨੀਆ ਦਾ ਲਾਰਜੈਸਟ ਕੋਆਪਰੇਟਿਵ ਕਿਹਾ ਜਾਂਦਾ ਹੈ, ਲਾਰਜੈਸਟ ਕੋਆਪਰੇਟਿਵ। ਤੇ NFL ਜਿਹੜਾ 1974 ਦੇ ਵਿੱਚ ਬਣਾਇਆ ਗਿਆ ਐਜ਼ ਏ ਸੈਂਟਰਲ ਪਬਲਿਕ ਸੈਕਟਰ ਆਰਗੇਨਾਈਜੇਸ਼ਨ, ਇਹ ਬੇਸਿਕਲੀ ਯੂਰੀਆ ਨਾਲ ਡੀਲ ਕਰਦਾ ਸੀ। ਕ੍ਰਿਬਕੋ ਬਣਾਇਆ ਗਿਆ 1980 ਦੇ ਵਿੱਚ, ਇਹਦਾ ਵੀ ਕੰਮ ਪ੍ਰੋਡਕਸ਼ਨ ਆਫ ਯੂਰੀਆ ਸੀ। ਸੋ ਇਹਨਾਂ ਦੀ ਆ ਕਰੋਨੋਲੋਜੀ ਵੀ ਯਾਦ ਰੱਖਣਾ। 1967 ਦੇ ਵਿੱਚ ਸਭ ਤੋਂ ਪਹਿਲਾਂ ਇਫਕੋ ਆਉਂਦਾ ਹੈ, ਫਿਰ 74 ਦੇ ਵਿੱਚ NFL ਆਉਂਦਾ ਹੈ, ਤੇ 80 ਦੇ ਵਿੱਚ ਕ੍ਰਿਬਕੋ ਆਉਂਦਾ ਹੈ। ਕਰੋਨੋਲੋਜੀ ਵੀ ਪੁੱਛੀ ਜਾ ਸਕਦੀ ਹੈ, ਸ਼ਾਇਦ ਇਸ ਐਂਗਲ ਤੋਂ ਵੀ ਪੁੱਛਿਆ ਜਾ ਸਕਦਾ ਸਵਾਲ। ਦੈਨ ਫੂਡ ਕਾਰਪੋਰੇਸ਼ਨ ਆਫ ਇੰਡੀਆ। ਮੈਨੂੰ ਲੱਗਦਾ ਕਿ ਇਹ ਤਾਂ ਇਹੋ ਜਿਹੀ ਏਜੰਸੀ ਹੈ ਜਿਹਦੇ ਬਾਰੇ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ। ਫਾਰਮਰਸ ਦੇ ਇੰਟਰਸਟ ਤੇ ਉਹਨਾਂ ਨੂੰ ਉਹਨਾਂ ਦੀ ਪ੍ਰੋਡਿਊਸ ਦਾ ਰੀਜ਼ਨੇਬਲ ਪ੍ਰਾਈਸ ਮਿਲੇ, ਇਸ ਸੋਚ ਦੇ ਨਾਲ ਇਸ ਏਜੰਸੀ ਦਾ ਨਿਰਮਾਣ ਕੀਤਾ ਗਿਆ ਸੀ। ਫੂਡ ਕਾਰਪੋਰੇਸ਼ਨ ਐਕਟ 1964 ਦੇ ਅੰਡਰ ਬੇਸਿਕਲੀ ਇਹ ਜੋ ਹੈ ਆਈ ਸੀ। ਹੋਣ ਦੇ ਵਿੱਚ ਫੂਡ ਗ੍ਰੇਨਸ ਪ੍ਰੋਕਿਓਰ ਕੀਤੇ ਜਾਂਦੇ ਇਸ ਏਜੰਸੀ ਦੀ ਹੈਲਪ ਨਾਲ, ਤੇ ਅੱਗੇ ਅੱਗੇ ਇੰਡੀਆ ਦੇ ਵਿੱਚ ਵਿਤਰਿਤ ਕੀਤੇ ਜਾਂਦੇ ਆ ਅੰਡਰ ਦਾ PDS, ਹੈ ਨਾ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ। ਠੀਕ ਹੈ, ਰਾਸ਼ਨ ਕਾਰਡ ਜਿਹੜਾ ਬਣਦਾ ਹੈ, ਸਸਤੇ ਦਰ 'ਤੇ ਗਰੀਬਾਂ ਨੂੰ, BPL ਫੈਮਲੀਜ਼ ਨੂੰ ਰਾਸ਼ਨ ਮੁਹੱਈਆ ਕਰਾਉਣਾ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ। ਇਹ ਇਕੱਲਾ ਇਹਦਾ ਇਹੀ ਕੰਮ ਨਹੀਂ ਹੈ, ਇਹ ਇਹਦੇ ਲਈ ਵੀ ਰਿਸਪੌਂਸੀਬਲ ਹੈ ਕਿ ਇੱਕ ਬਫਰ ਸਟਾਕ ਰੱਖਿਆ ਜਾ ਸਕੇ ਤਾਂ ਕਿ ਦੇਸ਼ ਦੀ ਫੂਡ ਸਿਕਿਉਰਿਟੀ ਬਣੀ ਰਹੇ। ਐਂਡ ਆਲਸੋ ਇਟ ਹੈਲਪਸ ਟੂ ਸਟੇਬਲਾਈਜ਼ ਦਾ ਪ੍ਰਾਈਸਿਸ ਆਫ ਐਗਰੀਕਲਚਰ ਪ੍ਰੋਡਿਊਸ। ਠੀਕ ਹੈ, ਯਾਦ ਰੱਖਣਾ 3 ਕੰਮ। ਇੱਕ ਤਾਂ PDS ਦਾ ਕੰਮ ਹੈ ਬਫਰ ਸਟਾਕ ਮੇਨਟੇਨ ਕਰਨਾ, ਦੈਨ ਐਗਰੀਕਲਚਰ ਪ੍ਰੋਡਿਊਸ ਦੀ ਜੋ ਪ੍ਰਾਈਸਿਸ ਨੇ ਉਹਨਾਂ ਨੂੰ ਸਟੇਬਲਾਈਜ਼ ਰੱਖਣਾ। ਦੈਨ ਨੈਕਸਟ ਇਜ਼ ਨੈਸ਼ਨਲ ਸੀਡਸ ਕਾਰਪੋਰੇਸ਼ਨ। 1963 ਦੇ ਵਿੱਚ ਬਣਾਇਆ ਗਿਆ ਵਿਦ ਏ ਵਿਊ ਟੂ ਪ੍ਰੋਡਿਊਸ ਸਰਟੀਫਾਈਡ ਸੀਡਸ। ਫੰਕਸ਼ਨ ਕਰਦੀ ਹੈ ਅੰਡਰ ਯੂਨੀਅਨ ਮਿਨਿਸਟਰੀ ਆਫ ਐਗਰੀਕਲਚਰ। ਕਰੰਟਲੀ 600 ਵਰਾਇਟੀਜ਼ ਸੀਡਸ ਦੀਆਂ ਪ੍ਰੋਡਿਊਸ ਕਰਦੀ ਹੈ, 60 ਕ੍ਰੌਪਸ ਨਾਲ ਰਿਲੇਟਡ ਨੇ ਇਹ। ਐਂਡ ਦਿਸ ਆਰਗੇਨਾਈਜੇਸ਼ਨ ਆਲਸੋ ਲੁਕਸ ਆਫਟਰ ਡਿਸਟ੍ਰੀਬਿਊਸ਼ਨ ਆਫ ਸੀਡਸ। ਇਹ ਵੀ ਦੇਖਦੀ ਹੈ, ਦੇਅਰ ਮਾਰਕੀਟਿੰਗ ਵੀ ਦੇਖਦੀ ਹੈ, ਟਿਸ਼ੂ ਕਲਚਰ ਆਫ ਕ੍ਰੌਪਸ ਵੀ ਦੇਖਦੀ ਹੈ, ਐਂਡ ਟ੍ਰੇਨਿੰਗ ਵੀ ਪ੍ਰਦਾਨ ਕਰਦੀ ਹੈ ਟੂ ਸਟੇਟ ਲੈਵਲ ਸੀਡ ਪ੍ਰੋਡਕਸ਼ਨ ਕੰਪਨੀਜ਼। The next is ICAR, Indian Council of Agriculture Research। ਇਹ ਇੱਕ ਆਟੋਨੋਮਸ ਬੋਡੀ ਹੈ, ਡਿਪਾਰਟਮੈਂਟ ਆਫ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ ਆਫ ਯੂਨੀਅਨ ਮਿਨਿਸਟਰੀ ਆਫ ਐਗਰੀਕਲਚਰ ਦੇ ਅੰਡਰ। 1929 ਤੋਂ ਕੰਮ ਕਰ ਰਹੀ ਹੈ, ਮੇਨ ਆਫਿਸ ਦਿੱਲੀ ਦੇ ਵਿੱਚ ਹੈ। ਇਸ ਦਾ ਕੰਮ ਹੈ ਮੈਨੇਜ ਐਂਡ ਪ੍ਰੋਵਾਈਡ ਡਾਇਰੈਕਸ਼ਨ ਇਨ ਦਾ ਰਿਸਰਚ, ਐਕਸਟੈਂਸ਼ਨ ਐਂਡ ਟੀਚਿੰਗ, ਐਂਡ ਮੇਨਟੇਨਸ ਏ ਮਿਊਚੁਅਲ ਬੈਲੈਂਸ ਅਮੰਗ ਆਲ ਥੀਸ ਕੰਪੋਨੈਂਟਸ ਇਨ ਦਾ ਕੰਟਰੀ। ਪੂਰੇ ਭਾਰਤ ਦੇ ਵਿੱਚ 100 ਇੰਸਟੀਟਿਊਸ਼ਨ ਤੇ 55 ਸਟੇਟ ਐਗਰੀਕਲਚਰ ਯੂਨੀਵਰਸਿਟੀਜ਼ ਇਹਦੇ ਨਾਲ ਐਸੋਸੀਏਟਡ ਨੇ। ਦੈਨ ਨੈਕਸਟ ਇਜ਼ ਨਬਾਰਡ। ਨਬਾਰਡ ਵੀ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ, 1982 ਦੇ ਵਿੱਚ ਸੈਟਅਪ ਕੀਤਾ ਗਿਆ ਸੀ ਇਸ ਨੂੰ ਅੰਡਰ RBI। ਇਹ ਗੱਲ ਦਾ ਧਿਆਨ ਰੱਖਣਾ, RBI ਦੇ ਅੰਡਰ ਸੈਟਅਪ ਕੀਤਾ ਗਿਆ ਸੀ ਨਬਾਰਡ ਨੂੰ, ਨੈਸ਼ਨਲ ਬੈਂਕ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਚੀਫ ਆਰਗਨ ਹੈ ਆਫ RBI, primarily associated with sanctioning agriculture and rural development loans। ਸਿਰਫ ਐਗਰੀਕਲਚਰ ਨਹੀਂ, ਜਿਵੇਂ ਕਿ ਇਹਦਾ ਨਾਮ ਹੀ ਹੈ ਐਗਰੀਕਲਚਰ ਰੂਰਲ ਡਿਵੈਲਪਮੈਂਟ ਲੋਨ ਦੇਣਾ। ਹੈੱਡਕੁਆਟਰਸ ਕਿੱਥੇ ਨੇ ਇਹਦੇ? ਮੁੰਬਈ ਦੇ ਵਿੱਚ, ਇਹ ਯਾਦ ਰੱਖਣਾ। ਓਵਰਆਲ ਰੂਰਲ ਡਿਵੈਲਪਮੈਂਟ ਨੂੰ ਪ੍ਰਮੋਟ ਕਰਨਾ, ਐਗਰੀਕਲਚਰ ਨੂੰ ਪ੍ਰਮੋਟ ਕਰਨਾ, ਸਮਾਲ ਸਕੇਲ ਇੰਡਸਟਰੀਜ਼ ਨੂੰ, ਡੋਮੈਸਟਿਕ ਤੇ ਰੂਰਲ ਬਿਜ਼ਨਸ ਵੈਂਚਰਸ ਨੂੰ, ਹੈਂਡਲੂਮ ਨੂੰ, ਤੇ ਹੋਰ ਰੂਰਲ ਇਕਨੋਮਿਕ ਐਕਟੀਵਿਟੀਜ਼ ਨੂੰ। ਇਸ ਤੋਂ ਬਿਨਾਂ ਇੰਸਟਰੂਮੈਂਟਲ ਹੈ ਇਨ ਪ੍ਰੋਵਾਈਡਿੰਗ ਲੋਨਸ ਟੂ ਸ਼ਡਿਊਲ ਕਾਸਟ,
commercial banks, state land development banks and regional rural banks. So ਇਸ ਆਰਗੇਨਾਈਜੇਸ਼ਨ ਦਾ ਵੀ ਬਹੁਤ ਵਧੀਆ ਯੋਗਦਾਨ ਰਿਹਾ in the agriculture and rural development. Then last is basically agriculture related international organizations. ਇਹਨਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ WTO ਦੀ। ਦੇਖੋ 1948 ਦੇ ਵਿੱਚ ਗੈਟ ਇਸਟੈਬਲਿਸ਼ ਕੀਤਾ ਗਿਆ। ਗੈਟ ਕੀ ਹੈ? ਜਨਰਲ ਐਗਰੀਮੈਂਟਸ ਔਨ ਟੈਰਿਫਸ ਐਂਡ ਟ੍ਰੇਡ। ਠੀਕ ਹੈ, ਇਸਟੈਬਲਿਸ਼ ਕਰਨ ਦਾ ਮਕਸਦ ਕੀ ਸੀ? ਫॉर द ਸਮੂਥ ਫੰਕਸ਼ਨਿੰਗ ਆਫ ਇੰਟਰਨੈਸ਼ਨਲ ਟ੍ਰੇਡ। ਤੇ ਕੋਈ ਵੀ ਜੇ ਡਿਫਿਕਲਟੀਜ਼ ਆਉਂਦੀ ਹੈ ਤਾਂ ਉਸ ਦਾ ਧਿਆਨ ਰੱਖਣਾ ਇਸ ਦਾ ਕੰਮ ਸੀ। ਹਾਲਾਂਕਿ ਐਗਰੀਕਲਚਰ ਟ੍ਰੇਡ ਪਹਿਲਾਂ ਦੇ ਇਸ ਦੇ ਵਿੱਚ ਇਨਕਲੂਡ ਨਹੀਂ ਸੀ। ਐਗਰੀਕਲਚਰ ਟ੍ਰੇਡ ਇਨਕਲੂਡ ਕੀਤਾ ਗਿਆ 1995 ਤੋਂ। 1995 ਤੋਂ ਐਗਰੀਕਲਚਰ ਟ੍ਰੇਡ, ਟੈਕਸਟਾਈਲ ਜਾਂ ਕਲੋਥ ਇੰਡਸਟਰੀ, IPR ਐਂਡ ਸਰਵਿਸਿਜ਼, ਇਹ ਸਭ ਨੂੰ ਗੈਟ ਦੇ ਐਂਬਿਟ 'ਚ ਲਿਆ ਦਿੱਤਾ ਗਿਆ ਤੇ ਗੈਟ WTO ਬਣ ਗਿਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਸਿਰਫ 23 ਮੈਂਬਰਾਂ ਨਾਲ ਸ਼ੁਰੂ ਹੋ ਕੇ ਇਸ ਵੇਲੇ ਇਸ ਦੇ ਤਕਰੀਬਨ 160 ਮੈਂਬਰਸ ਨੇ। ਦੈਨ ਸੈਕੰਡ ਇਜ਼ ਬੇਸਿਕਲੀ FAO, ਜਿਹਨੂੰ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਵੀ ਕਹਿ ਦਿੰਦੇ ਆ। 1943 ਦੇ ਵਿੱਚ ਬਣਾਈ ਗਈ ਸੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਮੇਨ ਇਹਦਾ ਮਕਸਦ ਸੀ ਟੂ ਐਲੀਮੀਨੇਟ ਹੰਗਰ ਐਂਡ ਸਟਾਰਵੇਸ਼ਨ ਫਰੋਮ ਦਿਸ ਅਰਥ। ਹੈੱਡਕੁਆਟਰ ਕਿੱਥੇ ਨੇ? ਰੋਮ, ਇਟਲੀ ਦੇ ਵਿੱਚ। ਚੀਫ ਮਿਸ਼ਨ ਕੀ ਹੈ? ਟੂ ਇਨਸ਼ੋਰ ਫੂਡ ਸਿਕਿਉਰਿਟੀ ਟੂ ਈਚ ਇੰਡੀਵਿਜੂਅਲ ਇਨ ਦਾ ਵਰਲਡ। ਪੂਰੇ ਦੁਨੀਆ ਦੇ ਲੋਕਾਂ ਨੂੰ ਜਿਹੜੀ ਹੈ ਫੂਡ ਸਿਕਿਉਰਿਟੀ ਇਨਸ਼ੋਰ ਕਰਨਾ ਇਸ ਦਾ ਪਰਪਸ ਹੈ। ਹੋਰ ਇਸ ਤੋਂ ਬਿਨਾਂ ਇਸ ਦਾ ਏਮ ਹੈ ਸਸਟੇਨੇਬਲ ਮੇਨਟੇਨੈਂਸ ਆਫ ਨੈਚੁਰਲ ਰਿਸੋਰਸਿਸ ਫॉर ਪ੍ਰੋਸਪੈਰਿਟੀ। ਸਸਟੇਨੇਬਲ ਮੇਨਟੇਨ ਕਰਨਾ ਨੈਚੁਰਲ ਰਿਸੋਰਸਿਸ ਨੂੰ ਤਾਂ ਕਿ ਪ੍ਰੋਸਪੈਰਿਟੀ ਪ੍ਰਵੇਲ ਹੋ ਸਕੇ। ਸੋ ਇਹ ਸਾਰੀਆਂ ਆਰਗੇਨਾਈਜੇਸ਼ਨ ਸੀਗੀਆਂ ਜਿਹੜੀ ਐਗਰੀਕਲਚਰ ਨਾਲ ਰਿਲੇਟਡ ਹੈ। ਸੋ ਅਸੀਂ ਐਗਰੀਕਲਚਰ 'ਤੇ ਸੀਰੀਜ਼ ਕਰ ਰਹੇ ਹਾਂ ਜਿੱਥੇ ਤੁਹਾਨੂੰ ਇਸ ਦੇ ਨਾਲ ਐਗਰੀਕਲਚਰ ਰਿਲੇਟਡ ਜਿੰਨੇ ਵੀ ਸਵਾਲ ਹੋਣਗੇ, ਟੌਪਿਕਸ ਹੋਣਗੇ, ਉਹ ਡਿਸਕਸ ਕਰਾਂਗੇ। ਸੋ ਆਪਣਾ ਜਿਹੜਾ ਪਹਿਲਾ ਪਾਰਟ ਹੈ ਉਹ ਖਤਮ ਹੁੰਦਾ ਹੈ। ਇਹ ਸਾਰੀਆਂ ਆਰਗੇਨਾਈਜੇਸ਼ਨ ਬਾਰੇ ਥੋੜ੍ਹਾ ਮੋਟਾ ਜ਼ਰੂਰ ਜਾਣ ਲੈਣਾ। ਜੇ ਵੀਡੀਓ ਚੰਗੀ ਲੱਗੇ ਸ਼ੇਅਰ, ਸਬਸਕ੍ਰਾਈਬ, ਲਾਈਕ ਜ਼ਰੂਰ ਕਰਨਾ। ਅਤੇ ਇਸ ਵੀਡੀਓ ਦੀ ਜਿਹੜੀ PDF ਹੈ ਉਹ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਐਪਰੀਕਸ ਅਕੈਡਮੀ, ਇਸ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਲਿਖਿਆ ਹੋਇਆ ਹੈ, ਉਸ 'ਤੇ ਤੁਹਾਨੂੰ ਅਵੇਲੇਬਲ ਹੋ ਜਾਏਗੀ। ਧੰਨਵਾਦ, ਖਿਆਲ ਰੱਖੋ।